ਹੈਲੋ एवरीवन स्किल्स मैंटोर ई लर्निंग प्लेटफॉर्म ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡੇ ਸਾਹਮਣੇ ਆਪਣਾ ਮੌਕ ਟੈਸਟ ਨੰਬਰ 17 ਦੇਖ ਰਹੇ ਹਾਂ। ਆਪਾਂ ਡੇਲੀ ਮੌਕ ਟੈਸਟ ਡਿਸਕਸ ਕਰ ਰਹੇ ਹਾਂ, ਅੱਛੇ ਕੁਐਸਚਨਸ ਆਪਾਂ ਡਿਸਕਸ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਅਸੀਂ ਕਿਸ ਤਰ੍ਹਾਂ ਤਿਆਰੀ ਕਰਨੀ ਹੈ, ਕਿਸ ਤਰ੍ਹਾਂ ਆਪਾਂ ਨੇ ਅੱਗੇ ਮਤਲਬ ਆਪਾਂ ਨੇ ਕਿਸ ਤਰ੍ਹਾਂ ਦੇ ਕੁਐਸਚਨਸ ਅਟੈਂਪਟ ਕਰਨੇ ਆ। ਦੇਖੋ ਹੁਣ ਤੁਹਾਡੇ ਕੋਲ ਤਕਰੀਬਨ ਜੇ ਮੈਂ ਤੁਹਾਨੂੰ ਦੇਖਣਾ ਚਾਹਾਂ ਤਾਂ ਮੰਨ ਕੇ ਚਲੋ 15 ਦਿਨ ਰਹਿ ਗਏ, ਠੀਕ ਹੈ। ਉੱਪਰ ਥੱਲੇ ਕਰਕੇ ਸਾਰੇ 15 ਦਿਨ ਰਹਿ ਗਏ ਨੇ ਤੁਹਾਡੇ ਕੋਲ। 21-22 ਪੇਪਰ ਹੈ, ਉੱਪਰ ਥੱਲੇ ਤੁਸੀਂ ਮੰਨ ਕੇ ਚੱਲ ਲਓ। ਡਨ, ਓਕੇ। ਸੋ ਤਿਆਰੀ ਨੂੰ ਅੱਛਾ ਕਰਨ ਲਈ ਇਸ ਟਾਈਮ ਇਹ ਨਹੀਂ ਹੋਏਗਾ ਕਿ ਤੁਸੀਂ ਹੁਣ ਬੁੱਕ ਚੱਕ ਰਹੇ ਹੋ। ਇਸ ਟਾਈਮ ਇਹ ਹੋਏਗਾ ਕਿ ਇੱਕ ਦਿਨ 'ਚ ਘੱਟੋ ਘੱਟ 400 ਤੋਂ 500 ਕੁਐਸਚਨ MCQ ਰਿਵੀਜ਼ਨ ਕਰੋ, GS ਦੇ ਅਲੱਗ ਕਰੋ, ਕਰੰਟ ਅਫੇਅਰਸ ਦੇ ਕਰੋ, ਤਾਂ ਕਿ ਤੁਹਾਡੀ ਤਿਆਰੀ ਹੋ ਸਕੇ। ਤੇ ਇਹ ਜਿਹੜਾ ਸੈਸ਼ਨ ਹੁੰਦਾ ਇਹ ਤੁਹਾਨੂੰ ਆਈਨਾ ਦਿਖਾਉਣ ਲਈ ਹੁੰਦਾ ਕਿ ਕਿਆ ਤੁਸੀਂ ਇਹ ਕੁਐਸਚਨਸ ਅਟੈਂਪਟ ਕਰ ਪਾ ਰਹੇ ਹੋ। ਬਹੁਤ ਇੰਨੇ ਔਖੇ ਕੁਐਸਚਨਸ ਨਹੀਂ ਹੁੰਦੇ, ਅੱਛੇ ਮੋਡਰਨ ਲੈਵਲ ਦੇ ਕੁਐਸਚਨ ਹੈ, ਨਾ ਈਜ਼ੀ ਹੈ ਨਾ ਡਿਫੀਕਲਟ ਹੈ। ਮੋਡਰਨ ਲੈਵਲ ਦੇ ਕੁਐਸਚਨਸ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ। ਜੇ ਤੁਸੀਂ ਇਹ ਕਰ ਪਾ ਰਹੇ ਹੋ, ਇੱਚੋ ਮਤਲਬ ਮੰਨ ਲਓ ਕਿ ਮੈਂ 15 ਕੁਐਸਚਨ ਲੈਣਾ, ਜੇ ਤੁਸੀਂ 10 ਵੀ ਕਰ ਪਾ ਰਹੇ ਹੋ ਤਾਂ ਇਸ ਵੈਲ ਐਂਡ ਗੁੱਡ ਹੈ, ਮਗਰ ਕੋਸ਼ਿਸ਼ ਕਰੋ ਕਿ 11 ਤੋਂ 12 ਚ ਉਹਨੂੰ ਐਵਰੇਜ 'ਚ ਲੈ ਕੇ ਜਾਓ। ਡਨ, ਓਕੇ। ਸੋ ਸਟਾਰਟ ਕਰਦੇ ਹਾਂ। ਤੁਹਾਨੂੰ ਪਤਾ ਹੈ ਜਿਸ ਤਰੀਕੇ ਨਾਲ ਕਿ ਅਸੀਂ ਕੋਂਬੋ ਪੈਕ ਦਾ ਆਫਰ ਸਟਾਰਟ ਕਰ ਦਿੱਤਾ ਹੈ, ਠੀਕ ਹੈ। ਕੋਂਬੋ ਪੈਕ ਦਾ ਆਫਰ ਦੁਬਾਰਾ ਆ ਚੁੱਕਾ ਜੀ। ਕੋਂਬੋ ਪੈਕ ਦਾ ਆਫਰ ਜਿਹੜੇ ਬੱਚੇ ਨੇ ਹਲੇ ਤੱਕ ਇੱਕ ਆਫਰ ਨਹੀਂ ਲਿੱਤਾ ਉਹਨਾਂ ਬੱਚਿਆਂ ਨੂੰ ਅਸੀਂ ਦੱਸ ਦਈਏ 5 ਮਈ ਤੱਕ ਤੁਹਾਡੇ ਕੋਲ ਟਾਈਮ ਰਹੇਗਾ, ਠੀਕ ਹੈ। 5 ਮਈ ਦੀ 12 ਵਜੇ ਤੱਕ ਦਾ ਤੁਹਾਡੇ ਕੋਲ ਟਾਈਮ ਰਹੇਗਾ ਕਿ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਇਹ ਕੋਂਬੋ ਪੈਕ ਦਾ ਆਫਰ ਲੈ ਸਕਦੇ ਹੋ। ਜਿਹੜਾ ਪ੍ਰਾਈਸ ਸਾਡਾ 6999 ਉਹ ਤੁਹਾਨੂੰ ਹੁਣ 1999 ਦਾ ਮਿਲੇਗਾ। ਸਿਰਫ ਇਹ 5 ਤਰੀਕ ਤੱਕ ਦਾ ਹੈ। ਇਸ ਕੋਂਬੋ ਪੈਕ 'ਚ ਫਾਇਦਾ ਕੀ ਹੈ ਕਿ ਤੁਹਾਨੂੰ ਇਹ ਪੰਜਾਬ ਪੁਲਿਸ ਦਾ ਬੈਚ, ਠੀਕ ਹੈ, ਐਕਸਾਈਜ਼ ਦਾ ਬੈਚ, ਠੀਕ ਹੈ, ਕੋਆਪਰੇਟਿਵ ਕਲਰਕ ਦਾ ਬੈਚ, ਇਸ ਤੋਂ ਇਲਾਵਾ ਬਹੁਤ ਸਾਰੇ ਬੈਚ, ਅਲੱਗ-ਅਲੱਗ ਕੋਰਸਿਸ ਜਿੰਨੇ ਵੀ ਆਉਣ ਵਾਲੇ ਸਮੇਂ 'ਚ ਲਾਂਚ ਹੋਣਗੇ ਅਗਲੇ 1 ਸਾਲ ਤੱਕ, ਉਹ ਸਾਰੇ ਦੇ ਸਾਰੇ ਤੁਹਾਨੂੰ ਇਸ ਕੋਂਬੋ ਪੈਕ 'ਚ ਮਿਲਣਗੇ। ਫਿਰ ਇੰਨਾ ਵੱਡਾ ਆਫਰ, ਇੰਨੀ ਵੱਡੀ ਓਪਰਚੁਨਿਟੀ ਜਿਹੜੇ ਬੱਚਿਆਂ ਨੂੰ ਮਿਲ ਰਹੀ ਹੈ ਉਹ ਵੱਧ ਤੋਂ ਵੱਧ ਇਹਦਾ ਬੈਨੀਫਿਟ ਉਠਾਉਣ, ਮਿਨੀਮਮ ਅਮਾਊਂਟ ਤੇ ਮੈਕਸਿਮਮ ਬੈਨੀਫਿਟ ਉਠਾ ਸਕਦੇ ਨੇ। ਡਨ, ਇਹ ਤੁਹਾਨੂੰ ਪੰਜਾਬ ਪੁਲਿਸ ਦਾ ਬੈਚ ਵੀ, ਐਕਸਾਈਜ਼ ਦਾ ਵੀ, ਕੋਆਪਰੇਟਿਵ ਦਾ ਵੀ, ਇਸ ਤੋਂ ਇਲਾਵਾ ਜਿਹੜੇ ਆਉਣ ਵਾਲੇ PCPS PCL ਦੇ ਐਗਜ਼ਾਮਸ ਨੇ, ਆਉਣ ਵਾਲੇ PPSC ਦੇ ਐਗਜ਼ਾਮਸ ਨੇ, ਸਾਰੇ ਦੇ ਸਾਰੇ ਯਾਨੀ ਕਿ PSSB ਦੇ ਆਉਣ ਵਾਲੇ ਜਿੰਨੇ ਵੀ ਐਗਜ਼ਾਮਸ ਨੇ ਉਹਨਾਂ ਸਾਰਿਆਂ ਲਈ ਇੱਕ ਕੋਂਬੋ ਪੈਕ ਦਾ ਆਫਰ ਚਲਾਇਆ ਗਿਆ। ਇਸ ਨੂੰ ਲੈਣ ਲਈ ਕਰਨਾ ਕੀ ਹੈ, ਗਿਲਸ ਮੈਂਟੋਰ ਐਪ ਡਾਊਨਲੋਡ ਕਰ ਲਓ। ਕਿਹੜੀ ਐਪ? ਗਿਲਸ ਮੈਂਟੋਰ ਐਪ ਡਾਊਨਲੋਡ ਕਰ ਲਓ। ਐਪ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਕਰਨਾ ਕੀ ਹੈ, ਸਟੋਰ ਆਪਸ਼ਨ ਵਿੱਚ ਜਾਣਾ। ਪਹਿਲਾ ਬੈਚ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਜਾ ਕੇ ਤੁਸੀਂ ਲੈ ਸਕਦੇ ਹੋ। ਬਾਈ ਚਾਂਸ ਤੁਹਾਨੂੰ ਹਲੇ ਵੀ ਕੋਈ ਡਾਊਟ ਹੈ ਇਸ ਕੋਂਬੋ ਪੈਕ ਨੂੰ ਲੈ ਕੇ, ਸਾਨੂੰ ਕਾਲ ਕਰੋ 9041043677 ਤੇ। ਡਨ, ਚਲੋ ਹੁਣ ਆਪਾਂ ਆਪਣਾ ਪਹਿਲਾ ਕੁਐਸਚਨ ਕਰਦੇ ਹਾਂ। ਡਨ, ਪਹਿਲਾ ਕੁਐਸਚਨ ਧਿਆਨ ਨਾਲ ਪੜ੍ਹਨਾ ਹੈ, ਟਾਈਗਰ ਰਿਜ਼ਰਵਸ ਬਾਰੇ ਹੈ, ਠੀਕ ਹੈ। ਉਹਨਾਂ ਨੇ ਪਾਰਟਿਕੂਲਰ ਮੱਧ ਪ੍ਰਦੇਸ਼ ਲਈ ਪੁੱਛ ਲਿਆ ਤਾਂ ਉਦੋਂ ਦੀ ਤੁਹਾਨੂੰ ਇੱਕ ਚੀਜ਼ ਹੋ ਜਾਣੀ ਚਾਹੀਦੀ ਹੈ ਕਿ ਤੁਹਾਨੂੰ ਸਟੈਟਿਕ ਜੀਕੇ ਤੁਹਾਡੀ ਸਟਰੋਂਗ ਹੋਣੀ ਚਾਹੀਦੀ ਹੈ। ਮੇਨ ਪਾਰਟ ਜਿਹੜਾ ਸਟਰੋਂਗ ਹੋਣਾ ਚਾਹੀਦਾ ਤੁਹਾਡਾ, ਟਾਈਗਰ ਰਿਜ਼ਰਵਸ, ਨੈਸ਼ਨਲ ਪਾਰਕ, ਸੈਂਚੁਰੀਜ਼, ਹਨਾ, ਜਿਹੜੇ ਮੇਨ ਟੈਂਪਲਸ ਹੋ ਗਏ, ਤੁਹਾਨੂੰ ਜਿਹੜੇ ਮੇਨ ਪਾਰਟ ਆ ਤੁਹਾਡੇ ਸਟਰੋਂਗ ਹੋਣੇ ਚਾਹੀਦੇ ਨੇ। ਡਨ, ਇੱਥੋਂ ਤੁਹਾਨੂੰ ਇਹ ਚੀਜ਼ ਜਿਹੜੀ ਹੈ ਉਹ ਟਿਕ ਮਾਰਕ ਹੋਣੀ ਚਾਹੀਦੀ ਹੈ। ਡਨ, ਓਕੇ। ਸੋ ਹੁਣ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਚਾਰਾਂ ਆਪਸ਼ਨਾਂ ਵਿੱਚੋਂ ਮੈਨੂੰ ਇਹ ਦੱਸੋ ਕਿ ਮੱਧ ਪ੍ਰਦੇਸ਼ ਵਿੱਚ ਕਿਹੜੇ ਟਾਈਗਰ ਰਿਜ਼ਰਵਸ ਨੇ। ਡਨ, ਤੇ ਮੈਨੂੰ ਕਰੈਕਟ ਆਪਸ਼ਨ ਵਿੱਚ ਮੈਨੂੰ ਆਨਸਰ ਦਿਓ, ਠੀਕ ਹੈ ਜੀ। ਓਕੇ, ਕਰੈਕਟ ਪੁੱਛਿਆ ਉਹਨਾਂ ਨੇ। ਡਨ, ਕਾਨਾ ਟਾਈਗਰ ਰਿਜ਼ਰਵ, ਠੀਕ ਹੈ, ਤਦੋਬਾ ਅੰਦਰ ਟਾਈਗਰ ਰਿਜ਼ਰਵ, ਬਾਂਧਵਗੜ੍ਹ, ਤਦੋਬਾ ਅੰਧੇਰੀ ਉਲਟਾ ਪੈ ਗਿਆ ਹੈ, ਠੀਕ ਹੈ, ਤਦੋਬਾ ਅੰਧੇਰੀ ਟਾਈਗਰ ਰਿਜ਼ਰਵ, ਬਾਂਧਵਗੜ੍ਹ ਟਾਈਗਰ ਰਿਜ਼ਰਵ, ਸੰਜੇ ਦੁਬਰੀ ਟਾਈਗਰ ਰਿਜ਼ਰਵ। ਇਹਨਾਂ 'ਚੋਂ ਦੱਸੋ ਕਿਹੜੇ ਮੱਧ ਪ੍ਰਦੇਸ਼ ਵਿੱਚ ਨੇ, ਜਲਦੀ ਦੱਸੋ, ਠੀਕ ਹੈ। ਜਿੰਨੀ ਦੇਰ 'ਚ ਮੈਂ ਐਕਸਪਲੇਨ ਕਰ ਰਿਹਾ ਉਹਨਾਂ ਕੁਐਸਚਨ ਉਨੀ ਦੇਰ ਤੁਹਾਡਾ ਆਨਸਰ ਕਮੈਂਟ ਸੈਕਸ਼ਨ ਵਿੱਚ ਆ ਜਾਣਾ ਚਾਹੀਦਾ ਹੈ। ਯੈਸ, ਜਿਵੇਂ ਤੁਹਾਨੂੰ ਲੱਗ ਰਿਹਾ ਹੈ, ਹਾਂਜੀ, ਜਿਹੜਾ ਤਦੋਬਾ ਅੰਧੇਰੀ ਟਾਈਗਰ ਰਿਜ਼ਰਵ ਹੈ ਉਹ ਮੱਧ ਪ੍ਰਦੇਸ਼ ਵਿੱਚ ਨਹੀਂ ਹੈ। ਬਾਕੀ ਕਾਨਾ, ਬਾਂਧਵਗੜ੍ਹ, ਸੰਜੇ ਦੁਬਰੀ ਇਹ ਮੈਂ ਤੁਹਾਨੂੰ ਕੱਲ ਵੀ ਪੜ੍ਹਾਈ ਸੀ। ਇਹਦਾ ਆਨਸਰ ਆ ਜਾਏਗਾ ਆਪਣਾ C ਆਪਸ਼ਨ, ਠੀਕ ਹੈ ਜੀ। ਇਹਦਾ ਆਨਸਰ ਆ ਜਾਏਗਾ ਆਪਣਾ C ਆਪਸ਼ਨ। ਜਦੋਂ ਵੀ ਆਪਾਂ ਅੰਧੇਰੀ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਸਾਨੂੰ ਇਹਨੂੰ ਮਹਾਰਾਸ਼ਟਰ ਨਾਲ ਜੋੜ ਦੇਣਾ ਚਾਹੀਦਾ ਹੈ, ਠੀਕ ਹੈ, ਮਹਾਰਾਸ਼ਟਰ ਨਾਲ ਜੋੜ ਦੇਣਾ ਚਾਹੀਦਾ ਹੈ, ਠੀਕ ਹੈ। ਤਾਂ ਤਦੋਬਾ ਅੰਧੇਰੀ ਟਾਈਗਰ ਰਿਜ਼ਰਵ ਜਿਹੜਾ ਹੈ ਉਹ ਮਹਾਰਾਸ਼ਟਰ ਵਿੱਚ ਹੈ। ਡਨ, ਇਸ ਤੋਂ ਇਲਾਵਾ ਤੁਹਾਨੂੰ ਮੈਂ ਸਮਝਾਈ ਸੀ ਕਿ ਕਾਨਾ ਦੇ ਨਾਲ ਪੇਂਚ ਟਾਈਗਰ ਰਿਜ਼ਰਵ, ਯਾਦ ਆ ਰਿਹਾ ਹੈ ਤੁਹਾਨੂੰ, ਕਰਾਈ ਸੀ ਮੈਂ, ਪੇਂਚ ਟਾਈਗਰ ਰਿਜ਼ਰਵ, ਠੀਕ ਹੈ। ਉਸ ਤੋਂ ਇਲਾਵਾ ਪੰਨਾ ਟਾਈਗਰ ਰਿਜ਼ਰਵ ਬਾਂਧਵਗੜ੍ਹ ਦੇ ਨਾਲ। ਡਨ, ਉਸ ਤੋਂ ਇਲਾਵਾ ਜੇ ਮੈਂ ਦੇਖਣਾ ਚਾਹਾਂ ਹੋਰ ਕਿਹੜੇ MP ਵਿੱਚ ਟਾਈਗਰ ਰਿਜ਼ਰਵ ਹੈ ਦੱਸੋ ਮੈਨੂੰ, ਹੋਰ ਕਿਹੜੇ ਹੈ। ਹੋਰ ਹੈਗੇ ਆਪਣੇ ਜੇ ਕੀ ਸਤਪੁਰਾ, ਠੀਕ ਹੈ, ਸਤਪੁਰਾ ਟਾਈਗਰ ਰਿਜ਼ਰਵ। ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਬਾਕੀ ਸੰਜੇ ਦੁਬਰੀ ਤਾਂ ਹੈ ਹੀ ਹੈ। ਡਨ, ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਪੇਂਚ, ਪੰਨਾ, ਸਤਪੁਰਾ ਦੇ ਨਾਲ ਹੋਰ ਕਿਹੜੇ ਨੇ, ਕਾਨਾ, ਬਾਂਧਵਗੜ੍ਹ ਤੇ ਸੰਜੇ ਦੁਬਰੀ। ਇਹ ਤੁਸੀਂ ਯਾਦ ਰੱਖ ਸਕਦੇ ਹੋ, 6 ਦੇ 6 ਟਾਈਗਰ ਰਿਜ਼ਰਵ ਯਾਦ ਰੱਖ ਸਕਦੇ ਹੋ। ਡਨ, ਓਕੇ। ਟਾਈਗਰ ਰਿਜ਼ਰਵ ਕੌਣ ਡਿਕਲੇਅਰ ਕਰਦਾ ਹੈ, ਕਿ मतलब कि ये टाइगर रिजर्व का जो दर्जा दिंदा कौन डिक्लेयर करता, कोई दस सकता मैनू कौन डिक्लेयर करता है? एक पर्टिकुलर अथॉरिटी है NTCA,
ठीक है। NTC ਦੀ ਫੁੱਲ ਫਾਰਮ ਕੀ ਹੋ ਸਕਦੀ ਹੈ? ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ। ਡਨ ਇਹ ਜਿਹੜੀ ਹੈ ਉਹ ਮਤਲਬ ਤਰੀਕੇ ਨਾਲ ਟਾਈਗਰ ਰਿਜ਼ਰਵ ਦਾ ਦਰਜਾ ਮਤਲਬ ਡਿਕਲੇਅਰ ਕਰਦੇ ਹੋ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਉਹ ਕਿਸੇ ਵੀ ਨੈਸ਼ਨਲ ਪਾਰਕ ਨੂੰ, ਕਿਸੇ ਵੀ ਨੈਸ਼ਨਲ ਪਾਰਕ ਨੂੰ, ਕਿਸੇ ਵੀ ਸੈਂਚੁਰੀ ਨੂੰ, ठीक है, वाइल्ड लाइफ सेंचुरी ਨੂੰ ਕਿਸੇ ਵੀ ਮਤਲਬ ਨੂੰ ਆਪਾਂ ਟਾਈਗਰ ਰਿਜ਼ਰਵ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਹ ਸਾਰੇ ਕੰਮ ਕਿਸ ਦੇ ਅੰਦਰ ਹੁੰਦੇ ਨੇ? ਸਾਰੇ ਕੰਮ ਇੱਕ ਪ੍ਰੋਜੈਕਟ ਚਲਾਇਆ ਗਿਆ ਸੀ, ਪ੍ਰੋਜੈਕਟ ਟਾਈਗਰ ਦੇ ਨਾਮ ਦੇ, ਠੀਕ ਹੈ। ਉਸ ਦੇ ਅੰਦਰ ਆਪਾਂ ਨੇ ਇਸ ਤਰੀਕੇ ਨਾਲ ਟਾਈਗਰ ਨੂੰ ਕੰਜ਼ਰਵ ਕਰਨ ਲਈ, ਟਾਈਗਰ ਨੂੰ ਚੰਗੀ ਮਤਲਬ ਉਹਨਾਂ ਦਾ ਧਿਆਨ ਰੱਖਣ ਲਈ ਆਪਾਂ ਨੇ ਇਹ ਪ੍ਰੋਜੈਕਟ ਟਾਈਗਰ ਚਲਾਇਆ ਸੀ। ਉਸ ਵਿੱਚ ਇਸ ਤਰ੍ਹਾਂ ਦੇ ਆਪਾਂ ਨੇ ਸਟੈਪ ਚੱਕੇ ਸੀ। ਡਨ ਤੇ ਟਾਈਗਰ ਰਿਜ਼ਰਵ ਜਿੱਥੇ ਹੁੰਦਾ ਉਹ ਕਿਹੜਾ ਏਰੀਆ ਹੁੰਦਾ? ਦੱਸੋ ਮੈਨੂੰ, ਦੱਸੋ ਕਿਹੜਾ ਏਰੀਆ ਹੁੰਦਾ? ਜ਼ਿਆਦਾਤਰ ਉਹ ਕੋਰ ਦਾ ਏਰੀਆ ਹੁੰਦਾ, ਜ਼ਿਆਦਾਤਰ ਕੋਰ ਦਾ ਏਰੀਆ ਦੇਖਣ ਨੂੰ ਮਿਲਦਾ ਹੈ। ਡਨ ਓਕੇ, ਸਮਝ ਗਏ। ਕੋਰ ਏਰੀਆ ਕਿਹੜਾ ਹੁੰਦਾ? ਜਿੱਥੇ ਮਤਲਬ ਜੇ ਆਪਾਂ ਦੇਖੀਏ ਕੋਰ ਏਰੀਆ ਕੋਈ ਵੀ ਹਿਊਮਨ ਐਕਟੀਵਿਟੀ ਨਹੀਂ ਹੋ ਸਕਦੀ, ਤੁਸੀਂ ਧਿਆਨ ਵਿੱਚ ਰੱਖਣਾ, ਕੋਈ ਵੀ ਹਿਊਮਨ ਐਕਟੀਵਿਟੀ ਨਹੀਂ ਹੋ ਸਕਦੀ। ਬਫਰ ਏਰੀਆ ਵਿੱਚ ਕਿਤੇ ਨਾ ਕਿਤੇ ਹਿਊਮਨ ਐਕਟੀਵਿਟੀ ਹੋ ਸਕਦੀ ਹੈ, ਮਗਰ ਕੋਰ ਏਰੀਆ ਵਿੱਚ ਹਿਊਮਨ ਐਕਟੀਵਿਟੀ ਨਹੀਂ ਹੋ ਸਕਦੀ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਅਗਲਾ ਆਪਾਂ GI ਟੈਗ ਪੜ੍ਹਦੇ ਹਾਂ ਕਿ ਇਸ ਸਟੇਟ ਵਿੱਚ ਇਸ ਪ੍ਰੋਡਕਟ ਨੂੰ GI ਟੈਗ ਮਿਲਿਆ, ਕਿਸ ਸਟੇਟ ਦਾ, ਆਪਾਂ ਇਸ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਨਾ। ਮਗਰ ਅੱਜ ਉਹਨਾਂ ਨੇ GI ਟੈਗ ਬਾਰੇ ਨਹੀਂ ਪੁੱਛਿਆ, ਉਹਨਾਂ ਨੇ ਪਰਟੀਕੂਲਰ ਉਸੇ GI ਟੈਗ ਦੀ ਓਵਰਆਲ ਉਹਦਾ ਸਟੈਟਿਕ ਪਾਰਟ ਪੁੱਛ ਲਿਆ ਕਿ ਇਹ ਕਦੋਂ ਆਇਆ ਸੀ, ਕਦੋਂ ਆਪਾਂ ਨੇ GI ਟੈਗ ਬਾਰੇ ਸੁਣਿਆ ਸੀ, ਤੇ ਕਿਹੜੀ ਅਥਾਰਟੀ ਜਿਹੜੀ ਹੈ GI ਟੈਗ ਦਾ ਦਰਜਾ ਦਿੰਦੀ ਹੈ, ਉਸ ਬਾਰੇ ਉਹਨਾਂ ਨੇ ਪੁੱਛ ਲਿਆ। ਅੱਜ ਜਿਓਗ੍ਰਾਫਿਕਲ ਇੰਡੀਕੇਸ਼ਨ ਟੈਗ ਇਨ ਇੰਡੀਆ ਬਾਰੇ ਉਹਨਾਂ ਨੇ ਕੁਝ ਸਟੇਟਮੈਂਟਸ ਦਿੱਤੀਆਂ, ਉਹਨਾਂ ਨੂੰ ਧਿਆਨ ਨਾਲ ਪੜ੍ਹਦੇ ਹੋਏ ਆਨਸਰ ਦੇਣਾ ਹੈ। ਪਹਿਲਾਂ ਕਹਿੰਦੇ GI ਟੈਗ ਇਸ਼ੂਡ ਕਿਸ ਆਧਾਰ ਤੇ ਹੁੰਦੇ ਨੇ? ਪੇਟੈਂਟ ਐਕਟ 1970 ਦੇ ਆਧਾਰ ਤੇ ਆਪਾਂ GI ਟੈਗ ਇਸ਼ੂ ਕਰਦੇ ਹਾਂ ਅਲੱਗ-ਅਲੱਗ ਆਪਾਂ ਮਤਲਬ ਆਪਾਂ ਅਲੱਗ-ਅਲੱਗ ਪ੍ਰੋਡਕਟਸ ਨੂੰ, ਹੈ ਨਾ, ਆਰਟ ਐਂਡ ਕਰਾਫਟਸ ਨੂੰ। ਡਨ ਤੇ ਕਿਸ ਡਿਪਾਰਟਮੈਂਟ ਦੇ ਅਧੀਨ ਆਉਂਦਾ? ਡਿਪਾਰਟਮੈਂਟ ਆਫ ਇੰਡਸਟਰੀ ਪ੍ਰਮੋਸ਼ਨ ਐਂਡ ਇੰਟਰਨਲ ਟ੍ਰੇਡ, ਜੋ ਕਿਸ ਦੇ ਅਧੀਨ ਹੈ? ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ। ਕਿਆ ਵਾਕਈ ਸਟੇਟਮੈਂਟ ਠੀਕ ਹੈ? ਕਿ GI ਟੈਗ ਅਸੀਂ ਪੇਟੈਂਟ ਐਕਟ 1970 ਦੇ ਆਧਾਰ ਤੇ ਦਿੰਦੇ ਆ? ਇਹ ਤੁਸੀਂ ਮੈਨੂੰ ਦੱਸਣਾ ਹੈ, ਠੀਕ ਹੈ ਜੀ। ਓਕੇ, ਤੇ ਉਸ ਤੋਂ ਇਲਾਵਾ ਕਹਿੰਦੇ ਜੇ ਆਪਾਂ ਕਿਸੇ ਪ੍ਰੋਡਕਟ ਨੂੰ, ਜੇ ਕਿਸੇ ਆਪਾਂ ਆਰਟ ਐਂਡ ਕਰਾਫਟ ਨੂੰ GI ਟੈਗ ਦੇ ਦਈਏ, ਉਹ ਕਦੋਂ ਤੱਕ ਵੈਲਿਡ ਰਹਿੰਦਾ ਹੈ? ਉਸ ਸਟੇਟ ਦੇ ਲਈ, ਉਸ ਸਟੇਟ ਦੇ ਲਈ ਕਦੋਂ ਤੱਕ ਵੈਲਿਡ ਰਹਿੰਦਾ ਹੈ? 10 ਇਅਰਸ ਤੱਕ ਵੈਲਿਡ ਰਹਿੰਦਾ ਹੈ। ਕਿਆ ਵਾਕਈ ਸਟੇਟਮੈਂਟ ਠੀਕ ਹੈ? ਤੁਸੀਂ ਮੈਨੂੰ ਦੱਸਣਾ ਹੈ। ਫਰਸਟ ਠੀਕ ਹੈ, ਸੈਕਿੰਡ ਠੀਕ ਹੈ, ਬੋਥ 1 and 2, ਨਾਈਦਰ 1 and 2। ਜਲਦੀ ਦੱਸੋ, ਠੀਕ ਹੈ, ਜਲਦੀ ਦੱਸੋ, ਟਾਈਮ ਨਹੀਂ ਵੇਸਟ ਕਰਨਾ ਆਪਾਂ ਨੇ। ਇਹਦਾ ਆंसर आ जाएगा अपना बी ऑप्शन, ठीक है जी। ਇਹਦਾ आंसर आ जाएगा अपना बी ऑप्शन। सिर्फ सेकंड स्टेटमेंट ठीक है, पहली स्टेटमेंट बिल्कुल गलत है। ਇਹਦੇ ਲਈ ਕੋਈ ਪੇਟੈਂਟ ਐਕਟ ਨਹੀਂ ਬਣਿਆ ਹੋਇਆ, ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗ ਦੇਣ ਲਈ ਆਲਰੇਡੀ ਇਹਦੇ ਲਈ ਐਕਟ ਬਣਿਆ ਹੋਇਆ ਹੈ, ਠੀਕ ਹੈ। 1999 ਦਾ ਸਪੈਸ਼ਲੀ ਆਪਾਂ ਨੇ ਜੀਓਗ੍ਰਾਫੀਕਲ ਇੰਡੀਕੇਸ਼ਨ ਆਫ ਗੁड्स यानी कि रजिस्ट्रेशन एंड प्रोटेक्शन एक्ट ਆਪਾਂ ਨੇ ਬਣਾਇਆ ਹੋਇਆ ਹੈ, ਸਮਝ ਰਹੇ ਹੋ। ਇਜ਼ੀਲੀ ਆਪਾਂ ਨੇ ਕੋਈ ਮਤਲਬ ਕੋਈ ਦੂਜਾ ਐਕਟ ਤੋਂ ਨਹੀਂ ਆਪਾਂ ਇਹਨੂੰ ਕੰਸੀਡਰ ਕਰ ਰਹੇ। ਆਲਰੇਡੀ GI ਟੈਗ ਦੇਣ ਲਈ ਇੱਕ ਆਲਰੇਡੀ ਕਾਨੂੰਨ ਜਿਹੜਾ 1999 ਵਿੱਚ ਬਣਿਆ ਸੀ, ਠੀਕ ਹੈ, ਇਸੀ ਨਾਮ ਤੇ ਬਣਿਆ ਸੀ, ਜੀਓਗ੍ਰਾਫੀਕਲ ਇੰਡੀਕੇਸ਼ਨ ਆਫ ਗੁड्स ਐਂਡ, ਠੀਕ ਹੈ, ਗੁड्स ਦੇ ਬਾਰੇ ਗੱਲ ਕੀਤੀ ਗਈ ਹੈ। ਉਹ ਐਕਟ ਜਿਹੜਾ 1999 ਦਾ ਬਣਾਇਆ ਸੀ, ਜਿਸ ਕਰਕੇ ਪਹਿਲੀ ਸਟੇਟਮੈਂਟ ਗਲਤ ਹੋ ਜਾਂਦੀ ਹੈ। ਤਾਂ ਫਰਸਟ ਗਲਤ ਹੋ ਗਈ, ਇਹ ਗਲਤ ਹੋ ਗਈ, ਦੋ ਆਪਸ਼ਨਾਂ ਬਚਣਗੀਆਂ, ਦੋ ਚੋਂ ਕੰਸੀਡਰ ਕਰੀਦੇ ਕਿ ਕਿਹੜੀ ਆਪਸ਼ਨ ਠੀਕ ਹੋ ਸਕਦੀ ਹੈ। ਹਾਂ, ਇਹ 10 ਸਾਲ ਤੱਕ ਵੈਲਿਡ ਰਹਿੰਦਾ ਹੈ। ਡਨ ਓਕੇ, ਇਸ ਧਿਆਨ ਵਿੱਚ ਰੱਖ ਸਕਦੇ ਹੋ। ਅਗਲਾ ਕੁਐਸਚਨ ਆ ਗਿਆ ਐਲੀਫੈਂਟ ਕੰਜ਼ਰਵੇਸ਼ਨ ਨਾਲ ਰਿਲੇਟਡ। ਮੈਂ ਫੇਰ ਕਹਿ ਰਿਹਾ ਸਟੈਟਿਕ ਜੀਕੇ ਦਾ ਪਾਰਟ ਹੈ, ਠੀਕ ਹੈ। ਸਟੈਟਿਕ ਜੀਕੇ ਚ ਐਲੀਫੈਂਟ ਰਿਜ਼ਰਵਸ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਡਨ ਓਕੇ, ਐਲੀਫੈਂਟ ਰਿਜ਼ਰਵਸ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਟਾਈਗਰ ਰਿਜ਼ਰਵਸ ਵੀ ਪਤਾ ਹੋਣੇ ਚਾਹੀਦੇ ਨੇ, ਮਗਰ ਉਸ ਤੋਂ ਇਲਾਵਾ ਉਹਨਾਂ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਕਿ ਐਲੀਫੈਂਟ ਕੰਜ਼ਰਵੇਸ਼ਨ ਲਈ ਆਪਣੇ ਇੰਡੀਆ 'ਚ ਕੀ ਚੱਲ ਰਿਹਾ ਹੈ। ਡਨ ਓਕੇ, ਤਾਂ IUCN ਦੇ ਸਟੇਟਸ ਵਿੱਚ ਇੰਡੀਅਨ ਐਲੀਫੈਂਟ ਨੂੰ ਧਿਆਨ 'ਚ ਰੱਖ ਲਿਓ। IUCN ਇੱਕ ਵਰਲਡ ਦੀ ਆਰਗੇਨਾਈਜੇਸ਼ਨ ਹੈ, ਠੀਕ ਹੈ, ਜੋ ਇੰਡੀਅਨ ਐਲੀਫੈਂਟ ਨੂੰ ਉਹਨਾਂ ਨੇ ਕਿਸ ਦਾ ਦਰਜਾ ਦਿੱਤਾ ਹੈ? ਵਨਰੇਬਲ ਦਾ ਦਰਜਾ ਦਿੱਤਾ ਹੈ। ਤੇ ਇਹ ਜਿਹੜਾ ਇੰਡੀਅਨ ਐਲੀਫੈਂਟ ਹੈ ਆਪਣੇ ਇੰਡੀਆ ਦੇ ਕਾਨੂੰਨ ਦੇ ਅੰਡਰ, ਜਿਹੜਾ ਕਾਨੂੰਨ ਹੈ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਸ਼ਡਿਊਲ 1 ਵਿੱਚ ਪ੍ਰੋਟੈਕਟਡ ਹੈ, ਜਾਂ ਕਿ ਨਾ ਤਾਂ ਇਹਨੂੰ ਮਾਰਿਆ ਜਾ ਸਕਦਾ ਹੈ, ਇਹਨੂੰ ਕੜੇ ਤੋਂ ਕੜੀ ਪ੍ਰੋਟੈਕਸ਼ਨ ਦਿੱਤੀ ਗਈ ਹੈ, ਠੀਕ ਹੈ। ਸ਼ਡਿਊਲ 1 ਦਾ ਮਤਲਬ ਹੋ ਜਾਂਦਾ ਕਿ ਕੜੀ ਤੋਂ ਕੜੀ ਜਿਹੜੀ ਹੈ ਪ੍ਰੋਟੈਕਸ਼ਨ ਦਿੱਤੀ ਗਈ ਹੈ ਇੰਡੀਅਨ ਐਲੀਫੈਂਟ ਨੂੰ। ਕਿਆ ਵਾਕਈ ਇਹ ਸਟੇਟਮੈਂਟ ਬਿਲਕੁਲ ਠੀਕ ਹੈ? क्या वाकई वनरेबल का दर्जा दिता गया? क्या वाकई इंडियन एलीफेंट वाइल्ड लाइफ प्रोटैक्शन एक्ट के अधीन आउंदा है शेड्यूल 1 दे? ये तुसीं मैनूं दसना है। उस तो इलावा गवर्नमेंट ने एलीफेंट कंजरवेशन लिए एक माइक प्रोग्राम भी चलाया गया है, जिसकी फुल फॉर्म है मॉनिटरिंग द इलीगल किलिंग ऑफ एलिमेंट्स। क्या वाकई स्टेटमेंट ठीक है? जिस विच इलीगल जिहड़ी पोचिंग हुंदी है उहनूं रोकिया जा सके। क्या वाकई आपां ने इसलिए माइक प्रोग्राम लिआउंदा सी? ये तुसीं मैनूं दसना है, करैक्ट ऑप्शन दसनी है। फर्स्ट, सैकेंड, बोथ 1 and 2, नाइदर 1 and 2। जल्दी दसो, टाइम वेस्ट नहीं करना हैगा। डन, तुहाडे कोल समा गिण के मिंट का समय। डन, ये पोस्ट बार बार नहीं आउंदी। मैं फिर तुहानूं कह रहा, जिहड़े बच्चे इस नूं देना चाहुंदे ने
प्लीज़ उन्होंने मतलब मैं हथ जोड़ के बेनती करांगा इनू सीरियसली ले लियो। दोनों ही स्टेटमेंट्स गलत ने, दोनों ही स्टेटमेंट्स गलत ने। IUCN के स्टेटस विच फिर कह दूँ, IUCN के स्टेटस विच इंडियन एलीफेंट नू, ठीक है, इंडियन एलीफेंट नू वनरेबल का नहीं इंडेंजर्ड का दर्जा दिता होया, इंडेंजर्ड का डन, यानी कि बहुत खतरनाक पोजीशन विच है इस टाइम वो, ठीक है जी। ओके, तो उस तो अलावा ध्यान नाल पढ़ियो, ठीक है। दूजी स्टेटमेंट बिल्कुल ठीक सी, स्टेटमेंट नहीं कहांगा, दूजी लाइन बिल्कुल ठीक सी, इनू शेड्यूल 1 ऑफ द वाइल्ड लाइफ प्रोटेक्शन के अंदर इनू रखा गया है, ये बिल्कुल ठीक सी, मगर पहली लाइन जी गलत होगी जिसके करके पूरी दी पूरी स्टेटमेंट गलत हो चुकी। दूजी गल डन, ओके। दूजी गल जे आप देखिए माइक जिहड़ा प्रोग्राम है वो कला गवर्नमेंट ऑफ द इंडिया का प्रोग्राम नहीं है, ठीक है। मोनिटरिंग ऑफ इलीगल किलिंग ऑफ एलिमेंट्स एक प्रोग्राम कला गवर्नमेंट ऑफ इंडिया ने नहीं चलाया होया, एक इंटरनेशनल कोलैबोरेशन है, ठीक है, इंटरनेशनल कोलैबोरेशन है, कला गवर्नमेंट ऑफ इंडिया का नहीं चलाया होया, ये भी तुहानू ध्यान च रखना है डन, ये भी तुहानू ध्यान च रखना है डन। एलीफेंट नू अपने भारत विच आपां एलीफेंट नू ध्यान च रखियो, एलीफेंट नू आपां भारत च अपना नैशनल हैरीटेज एनीमल का नाम दे नाल जानदे हां, नैशनल हैरीटेज एनीमल के नाम के नाल जानते हाँ, तुसीं ध्यान विच रख सकते हो, ठीक है जी। ओके, उहदे विच इन्हां दे लिस्ट विच नाम आउंदा है डन। ओके, तो जिहड़ा अपना एशियन एलीफेंट कह लो या इंडियन एलीफेंट कह लो उसनूं इंडेंजर्ड का दर्जा दिता होया IUCN वालों, तुसीं ध्यान विच रख सकते हो, ठीक है जी। ओके, समझ गए ना डन। चलो माइक प्रोग्राम लैके कौन आया सी, माइक जिहड़ा प्रोग्राम मैं तुहानूं कहा ना इंटरनेशनल कोलैबोरेशन है, माइक प्रोग्राम लैके आया सी एक साइट्स नाम की संस्था है वो लैके आई सी, तुसीं ध्यान च रखना साइट्स नाम की संस्था है वो लैके आई सी, तुसीं ध्यान विच रख सकते हो। कन्वेंशन ऑन जे आप देखिए इंटरनेशनल, ठीक है, कन्वेंशन ऑन इंटरनेशनल ट्रेड इन इंडेंजर्ड स्पीसीज डन, उसनूं आपां शॉर्ट फॉर्म च कहने आ साइट्स डन। ओके, चलो उस तो अलावा अगे आप गल आई इकोनॉमिक सर्वे बारे डन, आपने पहले बजट तो इकोनॉमिक सर्वे बारे पढ़िया समझिया जानकारी हासिल की है, हुण आप गल करांगे इकोनॉमिक सर्वे की डन, ठीक है। तो ये तुसीं मैनूं दसो इकोनॉमिक सर्वे की पहली स्टेटमेंट ये कह रही है कि ये डिपार्टमेंट ऑफ इकोनॉमिक अफेयर्स जो है वो प्रिपेयर करता है इकोनॉमिक सर्वे, क्या बाकी स्टेटमेंट ठीक है, ये तुसीं मैनूं दसना है। दूजी गल, ठीक है, इसनूं कहंदे लियाण लई उदों लिया जाऊंगा जदों मतलब जे आप देख लीए जो यूनीयन बजट प्रेजेंट होंदा है, इट यूजली प्रेजेंट ऑन द डे वैन द यूनीयन बजट इज प्रेजेंटेड इन द पार्लियामेंट, क्या वाकई स्टेटमेंट ठीक है कि जिस दिन यूनीयन बजट लिया जाता उस तो उसी दिन आप इसनूं लैके आउने आ। सब तो पहला जो इकोनॉमिक सर्वे आया सी 1935 विच आया सी, क्या वाकई स्टेटमेंट ठीक है, तुसीं मैनूं करैक्ट दसना है। फर्स्ट सेकंड, सेकंड थर्ड, फर्स्ट सेकंड थर्ड, जल्दी दसो किहड़ी स्टेटमेंट ठीक होएगी। इसका आंसर आ जाएगा अपना ए ऑप्शन, ठीक है जी। कल पहली स्टेटमेंट बिल्कुल ठीक है कि डिपार्टमेंट ऑफ इकोनॉमिक अफेयर्स ही इसनूं बनाउंदी है। मैं फिर उस तो अलावा कह दूँ कि जिहड़ा इकोनॉमिक सर्वे आउंदा बजट तो एक दिन पहले आउंदा, उसी दिन नहीं आउंदा, ऑन दी डे नहीं आउंदा, बिफोर, ठीक है। तो इसका करके सैकेंड स्टेटमेंट बिल्कुल गलत होगी। जे तुहानूं कल सैकेंड भी पता सी ना, मान लो तुहानूं नहीं पढ़िया मगर तुहानूं ऑब्जर्व तो किया ना हमेशा कि इकोनॉमिक सर्वे एक दिन हमेशा पहले आउंदा हुंदा है, तो उसदे नाल तुहाडी ये तीनों ऑप्शन गलत हो जाउंदे है ना, अपने आप ही आंसर आ जाऊंगा, तुहानूं थर्ड स्टेटमेंट ते जाउण दी लोड़ नहीं पैंदी डन। ओके, तुसीं ध्यान विच रख सकते हो। पहला जिहड़ा इकोनॉमिक सर्वे आया सी 1935 विच नहीं आया सी, 1950 विच आया सी, तुसीं ध्यान विच रख सकते हो डन। इस इकोनॉमिक सर्वे नूं रिलीज़ कौन करता है, प्रिपेयर तो आपां नूं पता लग गया कि डिपार्टमेंट ऑफ इकोनॉमिक अफेयर्स करता है, मगर रिलीज़ कौन करता है, जिसके अधीन ये डिपार्टमेंट आउंदा है, किसके अधीन आउंदा है, किहड़ी मिनिस्ट्री अधीन, मिनिस्ट्री ऑफ दसो फाइनेंस, ठीक है, मिनिस्ट्री ऑफ फाइनेंस के अधीन आउंदा है डन। ओके, ध्यान विच रख सकते हो डन। तो एक डिपार्टमेंट ऑफ इकोनॉमिक अफेयर्स विच एक डिवीजन है इकोनॉमिक्स का, ठीक है, इकोनॉमिक डिवीजन है वो प्रिपेयर करता है इकोनॉमिक सर्वे, तुसीं ध्यान विच रख सकते हो। किसी गाइडेंस के अधीन हुंदा है, ठीक है, किसी गाइडेंस के अधीन हुंदा है, दसो चीफ इकोनॉमिक एडवाइजर की गाइडेंस के अधीन सानूं देखण नूं मिलदा है, ठीक है जी। चीफ इकोनॉमिक एडवाइजर की गाइडेंस के अंदर आप इकोनॉमिक सर्वे प्रिपेयर करते हाँ। अगला क्वेश्चन, हुण आपां जोग्राफिकल आपने लोकेशन याद रखना इंटरनेशनली। नॉर्थ सी जे तुहानूं देखिया होया तो उहदे आसे पासे किहड़ियां कंट्रीज देखण नूं मिलदियां उस बारे दसना तुहानूं। डेनमार्क, रशिया, नॉर्वे, फ्रांस, बेल्जियम, दसो किहड़ी मतलब कंट्रीज जिहड़ी है नॉर्थ सी दे अराउंड जिहड़ी है देखण नूं मिलदियां, किहड़ियां 1 2 3 2 3 4 1 3 4 5 1 2 3 4 5।
ਇਹਦਾ ਆਨਸਰ ਆ ਜਾਏਗਾ ਆਪਣਾ ਸੀ ਆਪਸ਼ਨ, ਠੀਕ ਹੈ ਜੀ। ਓਕੇ, ਸੀ ਆਪਸ਼ਨ ਆ ਜਾਏਗਾ, ਯਾਨੀ ਕਿ ਆਪਾਂ ਨੂੰ ਡੈਨਮਾਰਕ ਜ਼ਰੂਰ ਦੇਖਣ ਨੂੰ ਮਿਲਦਾ ਹੈ ਨਾਰਥ ਸੀ ਦੇ ਸਰਾਊਂਡਿੰਗ, ਠੀਕ ਹੈ। ਨਾਰਵੇ ਜ਼ਰੂਰ ਦੇਖਣ ਨੂੰ ਮਿਲਦਾ ਹੈ, ਠੀਕ ਹੈ। ਫਰਾਂਸ ਜ਼ਰੂਰ ਦੇਖਣ ਨੂੰ ਮਿਲਦਾ ਹੈ ਤੇ ਬੈਲਜੀਅਮ ਜ਼ਰੂਰ ਦੇਖਣ ਨੂੰ ਮਿਲਦਾ, ਮਗਰ ਰਸ਼ੀਆ ਜਿਹੜਾ ਉਹ ਨਹੀਂ ਦੇਖਣ ਨੂੰ ਮਿਲਦਾ, ਤੁਸੀਂ ਧਿਆਨ 'ਚ ਰੱਖ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਇਲਾਵਾ ਇੰਗਲੈਂਡ ਹੋ ਗਿਆ, ਸਕਾਟਲੈਂਡ ਹੋ ਗਿਆ, ਡਨ, ਇਹ ਚੀਜ਼ਾਂ, ਨੀਦਰਲੈਂਡ ਹੋ ਗਿਆ, ਇਹ ਸਾਨੂੰ ਦੇਖਣ ਨੂੰ ਮਿਲ ਜਾਂਦੇ ਨੇ, ਬਟ ਰਸ਼ੀਆ ਜਿਹੜਾ ਉਹ ਨਹੀਂ ਦੇਖਣ ਨੂੰ ਮਿਲਦਾ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਇਹਦੇ ਬਾਰੇ ਮੈਂ ਗੱਲ ਕਿਉਂ ਕਰ ਰਿਹਾ, ਪਿਛਲੇ ਕੁਝ ਸਾਲਾਂ ਵਿੱਚ ਉਰੇ ਇੱਕ ਆਰਟੀਫਿਸ਼ੀਅਲ ਆਈਲੈਂਡ ਬਣਾਉਣ ਦੀ ਗੱਲ ਆਖੀ ਗਈ ਸੀ, ਆਰਟੀਫਿਸ਼ੀਅਲ ਆਈਲੈਂਡ ਬਣਾਉਣ ਦੀ ਗੱਲ ਜਿਹੜੀ ਹੈ ਉਹ ਆਖੀ ਗਈ ਸੀ, ਇਸੇ ਕਰਕੇ ਨੋਰਥ ਸੀ ਬਾਰੇ ਦਿਮਾਗ 'ਚ ਆ ਜਾਂਦਾ ਹੈ। ਦੇਖੋ ਕੁਐਸਚਨ ਕਿਵੇਂ ਪੁੱਛਿਆ ਗਿਆ ਕਿ ਆਰਟੀਫਿਸ਼ੀਅਲ ਆਈਲੈਂਡ ਬਣੇਗਾ ਇਸ ਨੋਰਥ ਸੀ ਦੇ ਅਰਾਊਂਡ, ਠੀਕ ਹੈ, ਬਟ ਆਪਾਂ ਤਾਂ ਕੁਐਸਚਨ ਕੀ ਪੁੱਛ ਲਿਆ, ਨੋਰਥ ਸੀ ਬਾਰੇ ਪੁੱਛ ਲਿਆ। ਇਸ ਤਰੀਕੇ ਨਾਲ ਵਰਲਡ ਮੈਪ ਨੂੰ ਦੇਖਣਾ ਹੈ। ਜੇ ਹਲੇ ਤੱਕ ਤੁਹਾਨੂੰ ਵਰਲਡ ਮੈਪ ਨਹੀਂ ਲਿਖਾ, 15 ਦਿਨ ਹੈਗੇ ਆ, ਇੱਕ ਵਾਰੀ ਰੋਜ਼ ਸਵੇਰੇ ਸ਼ਾਮ ਨੂੰ ਵਰਲਡ ਮੈਪ ਨੂੰ ਜ਼ਰੂਰ ਦੇਖਿਆ ਕਰੋ, ਉਹਦੇ ਸੀਸ ਦੇਖਿਆ ਕਰੋ, ਸਟੇਟਸ ਦੇਖਿਆ ਕਰੋ, ਹੈ ਨਾ, ਕੰਟਰੀਜ਼ ਦੇਖਿਆ ਕਰੋ, ਏਸ਼ੀਆ ਦੇ ਆਸੇ-ਪਾਸੇ ਕਿਹੜੀ ਕੰਟਰੀ ਹੈ, ਕਿਸੇ ਸੀ ਦੇ ਅਰਾਊਂਡ ਕਿਹੜੀ ਕੰਟਰੀ ਹੈ ਨਾ, ਬਲੈਕ ਸੀ ਦੇ ਅਰਾਊਂਡ ਕਿਹੜੀ ਕੰਟਰੀ ਹੈ। ਇਹਨਾਂ ਚੀਜ਼ਾਂ ਨੂੰ ਸਵੇਰੇ ਇੱਕ ਵਾਰੀ ਉੱਠਦੇ ਸਾਰ, ਇੱਕ ਸ਼ਾਮ ਨੂੰ ਸੌਣ ਵਕਤ ਪਹਿਲੇ ਦੇਖ ਲਿਆ ਕਰੋ। ਇਸ ਦੇ ਅਰਾਊਂਡ ਜੇ ਕੋਈ ਕੁਐਸਚਨ ਆ ਗਿਆ ਤੁਹਾਡੇ ਮਾਰਕਸ ਪੱਕੇ ਹੋ ਜਾਣਗੇ। ਡਨ, ਅਗਲਾ ਕੁਐਸਚਨ, ਡਨ। ਹੁਣ ਆ ਗਈ ਅੱਗੇ ਆਪਾਂ ਡੈਮੋਕ੍ਰੇਸੀ ਇੰਡੈਕਸ ਬਾਰੇ, ਡਨ। ਵਰਲਡ ਆਫ ਡੈਮੋਕ੍ਰੇਸੀ ਯਾਨੀ ਕਿ ਡੈਮੋਕ੍ਰੇਸੀ ਇੰਡੈਕਸ ਜਿਹੜਾ ਉਹ ਕੌਣ ਰਿਲੀਜ਼ ਕਰਦਾ ਹੈ, ਵਰਲਡ ਇਕਨੋਮਿਕ ਫੋਰਮ, ਇਕਨੋਮਿਕ ਇੰਟੈਲੀਜੈਂਸ ਯੂਨਿਟ, ਵਰਲਡ ਬੈਂਕ, ਇੰਟਰਨੈਸ਼ਨਲ ਮੋਨੀਟਰੀ ਫੰਡ। ਜਲਦੀ ਦੱਸੋ ਕੌਣ ਰਿਲੀਜ਼ ਕਰਦਾ ਹੈ? ਇਹ ਕਰਦਾ ਹੈ ਆਪਣਾ ਇਕਨੋਮਿਕਸ ਇੰਟੈਲੀਜੈਂਸ ਯੂਨਿਟ, EIU, ਡਨ। ਉਹ ਜਿਹੜਾ ਹੈ ਡੈਮੋਕ੍ਰੇਸੀ ਇੰਡੈਕਸ ਜਿਹੜਾ ਹੈ ਮਤਲਬ ਰਿਲੀਜ਼ ਕਰਕੇ ਸਾਹਮਣੇ ਲਿਆਉਂਦਾ ਹੈ, ਡਨ। ਓਕੇ, ਜਿਸ ਵਿੱਚ ਉਹ ਅਲੱਗ-ਅਲੱਗ ਕੰਟਰੀ ਦੀ ਡੈਮੋਕ੍ਰੇਸੀ ਬਾਰੇ ਦੱਸਦਾ ਹੈ ਕਿ ਕਿੰਨੀ ਡੈਮੋਕ੍ਰੈਟਿਕ ਕੰਟਰੀ ਹੈ, ਉਹਨਾਂ ਬਾਰੇ ਜਾਣਕਾਰੀ ਜਿਹੜਾ ਉਹ ਦਿੰਦਾ ਹੈ, ਡਨ। ਓਕੇ, ਇਸ ਧਿਆਨ ਵਿੱਚ ਰੱਖ ਸਕਦੇ ਹੋ। ਅੱਗੇ ਆ ਗਈ ਆਪਣੀ ਸਟੇਟਸ ਬਾਰੇ ਜਾਣਕਾਰੀ, ਤੇ ਉਹ ਸਟੇਟਸ ਕਿਸ ਸੀ ਨਾਲ ਕਨੈਕਟ ਕਰਦੀ ਹੈ ਉਸ ਬਾਰੇ ਦੱਸਣਾ ਹੈ। ਮੈਚ ਦਾ ਫੋਲੋਇੰਗ ਹੈ, ਡਨ। ਇੱਕ ਪਾਸੇ ਸਟੇਟਸ ਹੈ, ਇਹ ਸਾਰੇ ਸਟੇਟਸ ਹੈ, ਇੱਕ ਪਾਸੇ ਇਹ ਵਾਟਰ ਬੋਡੀ ਹੈ। ਕਿਉਂਕਿ ਸਟੇਟਸ ਕਿਸ ਨਾਮ ਨਾਲ ਜਾਣੇ ਜਾਂਦੇ ਨੇ ਕਿ ਕਿਹੜੀ ਸੀ ਨੂੰ ਕਿਸ ਸੀ ਨਾਲ ਕਨੈਕਟ ਕਰਦਾ ਹੈ, ਜਾਂ ਕਿਹੜੀ ਵਾਟਰ ਬੋਡੀ ਨੂੰ ਕਿਸ ਵਾਟਰ ਬੋਡੀ ਨਾਲ ਕਨੈਕਟ ਕਰਦਾ ਹੈ। ਹੁਣ ਤੁਸੀਂ ਮੈਨੂੰ ਦੱਸਣਾ ਹੈ ਕਿ ਕਿਹੜੀ ਬੋਡੀ ਕਿਸ ਨਾਲ ਕਨੈਕਟ ਹੋਏਗੀ, ਤੁਸੀਂ ਮੈਨੂੰ ਦੱਸਣਾ ਹੈ, ਠੀਕ ਹੈ ਜੀ। ਓਕੇ, ਤੁਸੀਂ ਮੈਨੂੰ ਦੱਸਿਓ ਸਟੇਟ ਆਫ ਹਾਰਮੂਜ਼, ਜਾਵਾ ਸੀ ਐਂਡ ਇੰਡੀਅਨ ਓਸ਼ਨ, ਠੀਕ ਹੈ, ਬਲੇ ਮੰਦੇਬ, ਅੰਡਮਾਨ ਸੀ ਐਂਡ ਸਾਊਥ ਚਾਈਨਾ ਸੀ, ਡਨ। ਸੁੰਡਾ ਸਟ੍ਰੇਟ, ਰੈਡ ਸੀ ਐਂਡ ਗਲਫ ਆਫ ਅਦਨ, ਸਟੇਟ ਆਫ ਮਲੱਕਾ, ਪਰਸ਼ੀਅਨ ਗਲਫ ਐਂਡ ਗਲਫ ਆਫ ਓਮਾਨ। ਦੱਸੋ ਮੈਨੂੰ, ਦੱਸੋ ਯਾਨੀ ਕਿ ਇਹਨੂੰ ਕਰੈਕਟ ਕਿਵੇਂ ਕਰਨਾ ਹੈ, ਸੀਕੁਐਂਸ ਲਾਣਾ ਹੈ, ਯਾਨੀ ਕਿ ABCD ਤਾਂ ਬਿਲਕੁਲ ਸੇਮ ਰਹੇਗਾ, ਤੁਹਾਨੂੰ ਇਹਨਾਂ ਨੂੰ ਉੱਪਰ ਥੱਲੇ ਕਰਨਾ ਹੈ, ਠੀਕ ਹੈ। ਯਾਨੀ ਕਿ ਮੰਨ ਲਓ ਕਿ ਜੇ ਮੈਂ ਇੱਕ ਆਨਸਰ ਵੀ ਦੇ ਦੇਵਾਂ ਤੁਹਾਨੂੰ, ਠੀਕ ਹੈ, ਇੱਕ ਆਨਸਰ ਵੀ ਦੇ ਦੇਵਾਂ ਤੁਹਾਨੂੰ ਕਿ ਤੁਹਾਨੂੰ ਪਤਾ ਸਟੇਟ ਆਫ ਹਾਰਮੂਜ਼ ਜਿਹੜਾ ਹੈ ਪਰਸ਼ੀਅਨ ਗਲਫ ਤੇ ਗਲਫ ਆਫ ਓਮਾਨ ਨੂੰ ਕਨੈਕਟ ਕਰਦਾ ਹੈ, ਤਾਂ A ਦੇ ਸਾਹਮਣੇ 4 ਆ ਜਾਏਗਾ। ਇਸ ਤਰੀਕੇ ਨਾਲ ਤੁਹਾਨੂੰ ਸੀਕੁਐਂਸ ਲਾਣਾ ਹੈ, ਸਮਝ ਲਓ। ਇੱਕ ਤੁਹਾਨੂੰ ਕੱਢ ਕੇ ਦੇਤਾ, ਹੁਣ ਤੁਸੀਂ ਮੈਨੂੰ ਦੱਸੋ ਕਿਸ ਸੀਕੁਐਂਸ ਵਾਈਜ਼ ABCD ਨੂੰ ਮਤਲਬ ਤੁਸੀਂ ਰੱਖੋਗੇ ਤਾਂ ਸਾਹਮਣੇ ਰੱਖੋਗੇ। ਇਹਦਾ ਆਨਸਰ ਆ ਜਾਏਗਾ ਆਪਣਾ D ਆਪਸ਼ਨ, ਠੀਕ ਹੈ ਜੀ। ਤਾਂ ਬਿਲਕੁਲ ਜੇ ਆਪਾਂ ਦੇਖਣਾ ਚਾਹੀਏ ਤਾਂ ਤੁਸੀਂ ਧਿਆਨ ਵਿੱਚ ਰੱਖਣਾ ਕਿ ਪਰਸ਼ੀਅਨ, ਜੇ ਆਪਾਂ ਦੇਖੀਏ ਸਟੇਟ ਆਫ ਹਾਰਮੂਜ਼ ਦੇਖੀਏ, ਪਰਸ਼ੀਅਨ ਗਲਫ ਤੇ ਗਲਫ ਆਫ ਓਮਾਨ ਨੂੰ ਕਨੈਕਟ ਕਰਦਾ ਹੈ, ਤੇ B ਜਿਹੜਾ ਹੈ ਬਲੇ ਮੰਦੇਬ, ਠੀਕ ਹੈ, ਜਿਹੜਾ ਬਲੇ ਮੰਦੇਬ ਹੈ ਉਹ ਰੈੱਡ ਸੀ ਤੇ ਗਲਫ ਆਫ ਐਡਨ ਨੂੰ ਕਨੈਕਟ ਕਰਦਾ ਹੈ, ਡਨ। ਉਸ ਤੋਂ ਇਲਾਵਾ C ਆਪਸ਼ਨ ਸੁੰਡਾ ਸਟ੍ਰੇਟ ਜਿਹੜਾ ਹੈ ਉਹ ਅੰਡੇਮਾਨ ਸੀ ਨੂੰ ਤੇ ਸਾਊਥ ਚਾਈਨਾ ਸੀ ਨੂੰ ਕਨੈਕਟ ਕਰਦਾ ਹੈ, ਡਨ। ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਨਹੀਂ ਗਲਤ ਬੋਲ ਰਿਹਾ, ਜਿਹੜਾ ਸੁੰਡਾ ਸਟੇਟ ਹੈ ਉਹ ਜਾਵਾ ਸੀ ਤੇ ਇੰਡੀਅਨ ਓਸ਼ਨ ਨੂੰ ਕਨੈਕਟ ਕਰਦਾ ਹੈ, ਡਨ। ਜਿਹੜਾ ਆਪਣਾ ਸਟੇਟ ਆਫ ਮਲੱਕਾ ਹੈ ਉਹ ਕਨੈਕਟ ਕਰਦਾ ਹੈ, ਜੇ ਆਪਾਂ ਦੇਖਣਾ ਚਾਹੀਏ ਉਹ ਕਨੈਕਟ ਕਰਦਾ ਅੰਡੇਮਾਨ ਸੀ ਨੂੰ ਸਾਊਥ ਚਾਈਨਾ ਸੀ ਨਾਲ, ਡਨ। ਓਕੇ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। 4 3 1 2 ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ, ਠੀਕ ਹੈ ਜੀ। ਇਸ ਤਰੀਕੇ ਨਾਲ ਸਟੇਟਸ ਯਾਦ ਕਰਨੇ ਨੇ। ਅਗਲਾ ਕੁਐਸਚਨ, ਕਰਪਸ਼ਨ ਪਰਸੈਪਸ਼ਨ ਇੰਡੈਕਸ ਕੌਣ ਰਿਲੀਜ਼ ਕਰਦਾ ਹੈ? ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ, ਗਲੋਬਲ ਰਿਸਕ ਪ੍ਰੋਫਾਈਲ, ਵਰਲਡ ਬੈਂਕ, ਯੂਨਾਈਟਿਡ ਨੇਸ਼ਨ ਗਲੋਬਲ ਕੰਪੈਕਟ। ਜਲਦੀ ਦੱਸੋ ਕੌਣ ਰਿਲੀਜ਼ ਕਰਦਾ ਹੈ? ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ। ਇਹ ਰਿਲੀਜ਼ ਕਰਦੇ ਨੇ ਆਪਣੇ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਜਿਹੜੇ ਨੇ ਉਹ ਕਰਪਸ਼ਨ ਪਰਸੈਪਸ਼ਨ ਇੰਡੈਕਸ ਜਿਹੜਾ ਰਿਲੀਜ਼ ਕਰਦੇ ਨੇ, ਡਨ। ਓਕੇ, ਸਮਝ ਲਿਓ। ਇਹ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਇੱਕ ਤਰ੍ਹਾਂ ਦਾ ਬਰਲਿਨ ਬੇਸਡ ਫਰਮ ਹੈ ਜੋ ਇਸ ਨੂੰ ਲੈ ਕੇ ਸਾਹਮਣੇ ਆਉਂਦੀ ਹੈ। ਉਹ ਇਹ ਦੱਸਦੀ ਹੈ ਕਿ ਕਿਹੜੀ ਕੰਟਰੀ ਵਿੱਚ ਕਰਪਸ਼ਨ ਨੂੰ ਲੈ ਕੇ ਕਿੰਨਾ ਪਰਸੈਪਸ਼ਨ ਹੈ ਨਾ, ਕਿ ਆਪਣੇ ਇਸ ਕੰਟਰੀ 'ਚ ਇੰਨੀ ਕਰਪਸ਼ਨ ਹੋ ਸਕਦੀ ਹੈ, ਇੰਨਾ ਮਤਲਬ ਇੱਕ ਓਵਰਆਲ ਮਤਲਬ ਐਨਾਲਾਈਜ਼ ਕਰਕੇ ਦੱਸਦੇ ਨੇ ਕਿੰਨੀ ਪਰਸੈਪਸ਼ਨ ਹੈ ਕਰਪਸ਼ਨ ਦੀ, ਡਨ। ਓਕੇ, ਅਨੁਮਾਨ ਦੇ ਮੁਤਾਬਿਕ ਇਹ ਪ੍ਰੋਵਾਈਡ ਕਰਦੇ ਨੇ ਸਾਨੂੰ ਡਾਟਾ, उसके हिसाब से रैंक प्रोवाइड करते हैं, ध्यान च रख सकते हो, ठीक है जी। ओके,
समझ रहे हो। ਇਹਦਾ ਜਿਹੜਾ ਸਕੇਲ ਹੁੰਦਾ ਹੈ ਉਹ 0 ਤੋਂ 100 ਤੱਕ ਤਾਂ ਹੁੰਦਾ ਹੈ। ਜੇ 0 ਹੈ ਤਾਂ ਮੰਨ ਕੇ ਚਲੋ ਕਿਸੇ ਦਾ ਜਿਹੜਾ ਸਕੇਲ ਹੈ ਤਾਂ ਉਹ ਹਾਈਲੀ ਕਰਪਟ ਹੈ। ਜੇ 100 ਰੈਂਕ ਆਉਂਦਾ ਹੈ ਤਾਂ ਮੰਨ ਕੇ ਚਲੋ ਹਾਈਲੀ ਕਲੀਨ ਹੈ। ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਡਨ। ਅੱਗੇ ਕੁਐਸਚਨ ਟੈਂਪਲ ਨਾਲ ਰਿਲੇਟਡ ਆ ਗਿਆ ਕੁਐਸਚਨ। ਟੈਂਪਲ ਦੇ ਕੁਐਸਚਨਸ ਵੀ ਰਿਲੇਟਡ ਹੈ। ਦੇਖੋ ਉਹਦੇ ਇੱਕ ਉੱਪਰ ਸਟੇਟਮੈਂਟ ਵਿੱਚ ਫੀਚਰਸ ਬਾਰੇ ਦੱਸਿਆ ਗਿਆ ਤੇ ਥੱਲੇ ਉਹਦੇ ਬਾਰੇ ਪੁੱਛਿਆ ਗਿਆ ਹੈ ਕਿ ਕਿਹੜੇ ਟੈਂਪਲ ਦੀ ਗੱਲ ਹੋ ਰਹੀ ਹੈ। ਹੁਣ ਇਹਨਾਂ ਚਾਰਾਂ ਵਿੱਚੋਂ ਉਹ ਐਸਾ ਟੈਂਪਲ ਜੋ ਸ਼ਿਵਾ ਜੀ ਨੂੰ ਡੈਡੀਕੇਟਿਡ ਹੈ ਤੇ ਉਹ ਬਣਾਇਆ ਕਿੰਨੇ? किंग ययाति केशारी और सोमवंश ਜਿਹੜੇ ਰਾਜਾ ਸਨ ਉਹਨਾਂ ਨੇ ਬਣਾਇਆ ਸਨ ਤੇ ਇਹ ਬਣਿਆ ਕਿਸ ਨਾਲ ਹੈ? ਰੈੱਡ ਸਟੋਨ ਨਾਲ ਬਣਿਆ। ਡਨ। ਓਕੇ। ਤੇ ਕਿਹੜੇ ਸਟਾਈਲ ਦਾ ਹੈ? ਕਲਿੰਗਾ ਸਟਾਈਲ ਦਾ। ਠੀਕ ਹੈ। ਉਸ ਤੋਂ ਇਲਾਵਾ ਉਰੇ ਤੁਹਾਨੂੰ ਬਿੰਦੂ ਸਾਗਰ ਲੇਕ ਵੀ ਦੇਖਣ ਨੂੰ ਮਿਲਦੀ ਹੈ। ਦੈਨ ਨੋਰਥ ਸਾਈਡ ਤੇ ਦੱਸੋ ਕਿਹੜੇ ਟੈਂਪਲ ਦੀ ਗੱਲ ਹੋ ਰਹੀ ਹੈ? ਬ੍ਰਿਹਦੀਸ਼ਵਰ ਟੈਂਪਲ ਥੰਜਾਵੁਰ 'ਚ ਹੈ, ਜਗਨਨਾਥ ਟੈਂਪਲ ਪੂਰੀ ਵਿੱਚ ਹੈ, ਲਿੰਗਾ ਰਾਜਾ ਟੈਂਪਲ ਭੁਵਨੇਸ਼ਵਰ ਵਿੱਚ ਹੈ, ਵਿਸ਼ਵਨਾਥ ਟੈਂਪਲ ਖੁਜਰਾਹੋ ਵਿੱਚ ਹੈ। ਜਲਦੀ ਦੱਸੋ ਕਿਹੜੇ ਟੈਂਪਲ ਦੀ ਗੱਲ ਚੱਲ ਰਹੀ ਹੈ? देखो ਇਹਦਾ ਆਨਸਰ ਆ ਜਾਏਗਾ ਆਪਣਾ ਸੀ ਆਪਸ਼ਨ, ਲਿੰਗਾ ਰਾਜਾ ਟੈਂਪਲ। ਠੀਕ ਹੈ। ਜਿਹੜਾ ਭੁਵਨੇਸ਼ਵਰ ਵਿੱਚ ਹੈ ਉਸ ਦੇ ਬਾਰੇ ਗੱਲ ਜਿਹੜੀ ਹੈ ਚੱਲ ਰਹੀ ਹੈ। ਡਨ। ਓਕੇ। ਉਸ ਦੇ ਬਾਰੇ ਜਿਹੜੀ ਗੱਲ ਹੈ ਚੱਲ ਰਹੀ ਹੈ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਠੀਕ ਹੈ ਜੀ। ਓਕੇ। ਲਿੰਗਾ ਰਾਜਾ ਟੈਂਪਲ ਜਿਹੜਾ ਆਪਣਾ ਸਾਨੂੰ ਭੁਵਨੇਸ਼ਵਰ ਉੜੀਸਾ ਵਿੱਚ ਦੇਖਣ ਨੂੰ ਮਿਲ ਜਾਂਦਾ ਹੈ। ਜਿਨ੍ਹਾਂ ਨੇ ਟੈਂਪਲ ਹਾਲੇ ਤੱਕ ਯਾਦ ਨਹੀਂ ਕੀਤੇ ਉਹ ਯਾਦ ਕਰ ਲੈਣ। ਡਨ। ਓਕੇ। ਅਗਲਾ ਕੁਐਸਚਨ ਆ ਗਿਆ ਭੀਮ ਬੇਟਕਾ ਕੇਵ। ਇਹ ਤੁਹਾਨੂੰ ਮੈਂ ਹੋਮਵਰਕ ਦੇਵਾਂਗਾ ਮਗਰ ਉਸ ਤੋਂ ਪਹਿਲਾਂ ਅਗਲਾ ਆਪਣਾ ਆ ਗਿਆ ਰਿਵਰਸ ਨਾਲ ਰਿਲੇਟਡ ਕੁਐਸਚਨ। ਠੀਕ ਹੈ। ਰਿਵਰਸ ਤੇ ਤੁਹਾਨੂੰ ਮੈਨੂੰ ਦੱਸਣਾ ਇਹ ਰਿਵਰਸ ਇੱਕ ਪਾਸੇ। ਠੀਕ ਹੈ। ਤੇ ਇਹ ਕਿਸ ਕਨਫਲੂਐਂਸ ਪੁਆਇੰਟ ਤੇ ਆ ਕੇ ਮਿਲਦੀਆਂ ਨੇ ਇਹ ਤੁਹਾਨੂੰ ਮੈਨੂੰ ਦੱਸਣਾ। ਅਲਕਨੰਦਾ ਤੇ ਧੌਲੀ ਗੰਗਾ। ਠੀਕ ਹੈ। ਹੁਣ ਉਹਦੇ ਸਾਹਮਣੇ ਤੁਹਾਨੂੰ ਪੇਅਰਸ ਮੈਚ ਕਰਨੇ ਨੇ। ਕਿਹੜੇ ਕਰੈਕਟਲੀ ਪੇਅਰਸ ਮੈਚ ਹੋ ਰਹੇ ਨੇ? ਕਿਆ ਅਲਕਨੰਦਾ ਤੇ ਧੌਲੀ ਗੰਗਾ ਵਿਸ਼ਨੂੰ ਪ੍ਰਯਾਗ ਤੇ ਆ ਕੇ ਮਿਲਦੀਆਂ ਨੇ? ਅਲਕਨੰਦਾ ਤੇ ਮੰਦਾਕਨ ਜਿਹੜੀ ਆਨੰਦ ਪ੍ਰਯਾਗ ਤੇ ਮਿਲਦੀਆਂ ਨੇ? ਅਲਕਨੰਦਾ ਤੇ ਭਾਗੀਰਥੀ ਪ੍ਰਯਾਗਰਾਜ ਤੇ ਆ ਕੇ ਮਿਲਦੀਆਂ ਨੇ? ਅਲਕਨੰਦਾ ਤੇ ਪਿੰਡਰ ਗੰਗਾ ਕਿਆ ਕਰਨ ਪ੍ਰਯਾਗ ਆ ਕੇ ਮਿਲਦੀਆਂ ਨੇ? ਇਹ ਤੁਸੀਂ ਮੈਨੂੰ ਦੱਸਣਾ ਕਿਹੜਾ ਪੇਅਰ ਕਰੈਕਟਲੀ ਮੈਚ ਕਰ ਰਿਹਾ। 1 3 2 4 1 3 1 4। देखो ਇਹਦਾ ਆਨਸਰ ਆ ਜਾਏਗਾ ਆਪਣਾ 1 ਤੇ 4। ਦੈਨ ਓਕੇ। ਸਿਰਫ ਅਲਕਨੰਦਾ ਧੌਲੀ ਗੰਗਾ ਦੀ ਗੱਲ ਕਰੀਏ। ਠੀਕ ਹੈ। ਅਲਕਨੰਦਾ ਤੇ ਧੌਲੀ ਗੰਗਾ ਦੀ ਗੱਲ ਕਰੀਏ ਉਹ ਸਾਨੂੰ ਵਿਸ਼ਨੂੰ ਪ੍ਰਯਾਗ ਤੇ ਦੇਖਣ ਨੂੰ ਮਿਲਦੇ ਨੇ ਤੇ ਅਲਕਨੰਦਾ ਪਿੰਡਰ ਗੰਗਾ ਕਰਨ ਪ੍ਰਯਾਗ ਤੇ ਦੇਖਣ ਨੂੰ ਮਿਲ ਜਾਂਦੇ ਨੇ। ਡਨ। ਬਾਕੀ ਜਿਹੜੇ ਸਟੇਟਮੈਂਟਸ ਆ ਉਹ ਗਲਤ ਹੈ। ਠੀਕ ਹੈ। ਅਲਕਨੰਦਾ ਮੰਦਾਕਿਨੀ ਆਨੰਦ ਪ੍ਰਯਾਗ ਤੇ ਨਹੀਂ ਨੇ, ਅਲਕਨੰਦਾ ਭਾਗੀਰਥ ਪ੍ਰਯਾਗਰਾਜ ਤੇ ਨਹੀਂ ਨੇ। ਧਿਆਨ ਵਿੱਚ ਰੱਖ ਸਕਦੇ ਹੋ। ਠੀਕ ਹੈ ਜੀ। ਓਕੇ। ਡਨ। ਓਕੇ। ਠੀਕ ਹੈ। ਹੁਣ ਤੁਸੀਂ ਮੈਨੂੰ ਦੱਸੋ ਜਿਹੜੇ ਆਪਸ਼ਨ ਗਲਤ ਹੋਏ ਨੇ ਉਹਦਾ ਆਨਸਰ ਕੀ ਆਏਗਾ? ਕਮੈਂਟ ਸੈਕਸ਼ਨ ਦੱਸੋ ਉਹਦਾ ਆਨਸਰ ਕੀ ਆਏਗਾ। ਦੱਸੋ ਆਨਸਰ ਦੇ ਪਾਓਗੇ ਨਹੀਂ ਦੇ ਪਾਓਗੇ? ਕਮੈਂਟ ਸੈਕਸ਼ਨ ਵਿੱਚ ਦੱਸੋ ਜਿਹੜੇ ਗਲਤ ਹੋਏ ਨੇ ਉਹਦਾ ਆਨਸਰ ਕੀ ਆਏਗਾ। ਡਨ। ਚਲੋ ਉਸ ਤੋਂ ਇਲਾਵਾ ਇੰਡੀਆ એનર્ਜੀ ਆਊਟਲੁੱਕ ਜਿਹੜੀ ਰਿਪੋਰਟ ਹੈ ਉਹ ਕੌਣ ਲੈ ਕੇ ਆਉਂਦਾ ਸਾਹਮਣੇ? ਠੀਕ ਹੈ। 2021 ਨੂੰ ਤੁਸੀਂ ਛੱਡ ਦਿਓ। ਮੈਨੂੰ ਦੱਸੋ ਇੰਡੀਆ એનર્ਜੀ ਆਊਟਲੁੱਕ ਰਿਪੋਰਟ ਜਿਹੜਾ ਇੰਟਰਨੈਸ਼ਨਲ એનર્ਜੀ ਏਜੰਸੀ ਲੈ ਕੇ ਆਉਂਦਾ ਹੈ, ਬਿਊਰੋ ਆਫ ਦੀ એનર્ਜੀ ਐਫੀਸ਼ੀਐਂਸੀ ਲੈ ਕੇ ਆਉਂਦਾ ਹੈ, એનર્ਜੀ ਐਂਡ ਰਿਸੋਰਸਿਸ ਲਿਮਟਿਡ ਲੈ ਕੇ ਆਉਂਦਾ ਹੈ, ਇੰਡੀਆ ਰੀਨਿਊਏਬਲ એનર્ਜੀ ਏਜੰਸੀ ਲੈ ਕੇ ਆਉਂਦਾ ਹੈ? ਦੱਸੋ ਮੈਨੂੰ। ਕੌਣ ਲੈ ਕੇ ਆਉਂਦਾ ਸਾਹਮਣੇ? ਇਹ ਲੈ ਕੇ ਆਉਂਦਾ ਹੈ ਆਪਣਾ ਇੰਟਰਨੈਸ਼ਨਲ એનર્ਜੀ ਏਜੰਸੀ IEA। ਮੈਂ ਤੁਹਾਨੂੰ ਪਿੱਛੇ ਵੀ ਤੁਹਾਡੇ ਨਾਲ ਕਾਫੀ ਵਾਰੀ ਡਿਸਕਸ ਕਰ ਚੁੱਕਾ ਇਸ ਆਰਗੇਨਾਈਜੇਸ਼ਨ ਬਾਰੇ, ਇਸ ਏਜੰਸੀ ਬਾਰੇ। ਡਨ। ਓਕੇ। ਸਮਝ ਰਹੇ? ਇਸ ਵਿੱਚ એનર્ਜੀ ਬਾਰੇ ਦੱਸਿਆ ਜਾਂਦਾ ਕਿ ਇੰਡੀਆ 'ਚ એનર્ਜੀ ਨੂੰ ਲੈ ਕੇ ਕਿੰਨੀ ਮਤਲਬ ਮਾਹੌਲ ਹੈ ਕਿ એનર્ਜੀ ਕਿੰਨੀ ਯੂਜ਼ ਹੋ ਰਹੀ ਹੈ ਤੇ ਮਤਲਬ ਕਿੰਨਾ ਰਿਸਕ ਤੇ ਹੈ। ਦੈਨ ਇਹਨਾਂ ਨੂੰ ਕੀ ਕਰਨਾ ਚਾਹੀਦਾ ਹੈ, ਸਾਰੀ ਰਿਕਮੈਂਡੇਸ਼ਨਸ ਇਸ ਰਿਪੋਰਟ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ। ਉਸ ਤੋਂ ਇਲਾਵਾ ਤਾਇਵਾਨ ਸਟ੍ਰੇਟ ਸਾਊਥ ਚਾਈਨਾ ਸੀ ਨੂੰ ਕਿਸ ਨਾਲ ਕਨੈਕਟ ਕਰਦਾ ਹੈ? ਸਟੇਟਸ ਬਾਰੇ ਪੜ੍ਹਿਆ ਨਾ ਤਾਂ ਤਾਇਵਾਨ ਸਟ੍ਰੇਟਸ ਕਿਸ ਨਾਲ ਸਾਊਥ ਚਾਈਨਾ ਸੀ ਨੂੰ ਫਿਲੀਪੀਨ ਸੀ ਨਾਲ ਕਨੈਕਟ ਕਰਦਾ ਹੈ, ਸੈਲਫ ਸੀ ਨਾਲ ਕਨੈਕਟ ਕਰਦਾ ਹੈ, ਈਸਟ ਚਾਈਨਾ ਸੀ ਨਾਲ, ਸੀ ਆਫ ਜਾਪਾਨ ਨਾਲ। ਤੁਸੀਂ ਮੈਨੂੰ ਦੱਸਣਾ। ਇਹਦਾ ਆਨਸਰ ਆ ਜਾਏਗਾ ਆਪਣਾ ਈਸਟ ਚਾਈਨਾ ਸੀ ਨਾਲ ਕਨੈਕਟ ਕਰਦਾ ਹੈ। ਕਿਸ ਨਾਲ? ਈਸਟ ਚਾਈਨਾ ਸੀ ਨਾਲ ਆਪਣਾ ਨੂੰ ਕਨੈਕਟ ਕਰਦਾ ਹੈ। ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਦੇਖੋ 15 ਦਿਨ ਰਹਿ ਗਏ ਨੇ। ਦੇਖੋ ਸਕੀਮਸ ਜ਼ਰੂਰ ਯਾਦ ਕਰਕੇ ਜਾਣਾ, ਸਮਿਟਸ ਜ਼ਰੂਰ ਯਾਦ ਕਰਕੇ ਜਾਣਾ। ਡਨ। ਰਿਪੋਰਟਸ ਇੰਡੈਕਸਿਸ ਜ਼ਰੂਰ ਯਾਦ ਕਰਕੇ ਜਾਣਾ। ਡਨ। ਬਾਕੀ ਕੁਝ ਕਰੋ ਨਾ ਕਰੋ ਚੀਜ਼ਾਂ ਯਾਦ ਕਰਕੇ ਜਾਣਾ। ਠੀਕ ਹੈ ਜੀ। ਜਿੱਥੇ ਜਿੱਥੇ ਸਾਡੇ PM ਜੀ ਜਾਉਂਦੇ ਨੇ, ਮੋਦੀ ਜੀ ਜਾਉਂਦੇ ਨੇ, ਉਹ ਚੀਜ਼ ਯਾਦ ਹੋਣੀ ਚਾਹੀਦੀ ਹੈ। ਮੈਂ ਇੱਕ ਕੁਐਸਚਨ ਪੁੱਛ ਲੈਣਾ ਤੁਹਾਨੂੰ। ਪਾਲੀ ਇਸ ਨਾਮ ਦੇ ਲਈ ਪਿੱਛੇ ਚਰਚਾ 'ਚ ਰਿਹਾ ਸੀ, ਇਸ ਨੇ ਇੱਕ ਰਿਕਾਰਡ ਬਣਾਇਆ ਹੈ। ਇਹ ਤੁਸੀਂ ਮੈਨੂੰ ਦੱਸੋ ਕਮੈਂਟ ਸੈਕਸ਼ਨ ਵਿੱਚ ਕਿੱਦੀ ਗੱਲ ਕਰ ਰਿਹਾ ਮੈਂ। ਤੁਹਾਡੇ ਲਈ ਅੱਜ ਦਾ ਮਤਲਬ 21 ਕਹਿ ਲਓ, ਇੱਕ ਤੁਹਾਡੇ ਲਈ ਇੱਕ ਟੈਸਟ ਹੈ।
ਡਨ। ਸੋ ਥੈਂਕ ਯੂ। ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਵੀਡੀਓ ਨੂੰ ਲਾਈਕ ਕਰਨਾ ਹੈ, ਸ਼ੇਅਰ ਕਰਨਾ ਹੈ। ਥੈਂਕ ਯੂ ਵੈਰੀ ਮਚ।